ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਪਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਤੇ ਪਹਿਲਾਂ ਚੋਣਵੀਆਂ ਖਬਰਾਂ। ਨਾਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਨਾਲ ਜੱਗੋਂ 13ਵੀਂ। अंग्रेजी टेस्ट घोटाला, प्रधानमंत्री सुनक नूं कार्रवाई की अपील। अमेरिकी राष्ट्रपति ने दुनिया भर के मुसलमानों नूं रमज़ान की दित्ती वधाई। अमेरिका के राष्ट्रपति कैनेडा के सरकारी दौरे ते। अमेरिका च कार ने मजदूरां नूं टक्कर मारन मगरों खाधियां पलटियां 6 लोगों की मौत। अमेरिका के डेनवर हाई स्कूल विच गोली चलाउण वाले शक्की व्यक्ति की कार नेड़े मिली लाश। अमेरिका के कैलीफोर्निया च जात आधारित भेदभाव नूं गैर कानूनी करार देण दे लई बिल पेश। ते हुण इन्हां खबरां दा विस्तार। अमेरिका कैनेडा सने देश विदेश दीआं होर बहुत सारियां खबरां। ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੁੰਦਿਆਂ ਕਾਬੂ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਜੱਗੋ 13ਵੀਂ ਕੀਤੀ ਜਾ ਰਹੀ ਹੈ। ਜੀ ਹਾਂ, ਸੂਤਰਾਂ ਨੇ ਦੱਸਿਆ ਕਿ ਕੈਨੇਡਾ ਤੋਂ ਆ ਰਹੇ ਪ੍ਰਵਾਸੀਆਂ ਨੂੰ ਹਵਾਈ ਜਹਾਜ਼ ਵਿੱਚ ਚੜ੍ਹਾ ਕੇ ਟੈਕਸਾਸ ਭੇਜਿਆ ਜਾ ਰਿਹਾ ਹੈ, ਜਿੱਥੋਂ ਇਹਨਾਂ ਨੂੰ ਮੈਕਸੀਕੋ ਡਿਪੋਰਟ ਕੀਤਾ ਜਾ ਸਕਦਾ ਹੈ। ਕੌਮਾਂਤਰੀ ਵਿਦਿਆਰਥੀਆਂ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹਨਾਂ ਦੇ ਗੈਰ ਵਾਜਬ ਢੰਗ ਨਾਲ ਰੱਦ ਕੀਤੇ ਗਏ ਵੀਜ਼ਾ ਖਿਲਾਫ ਉਹ ਕਦਮ ਚੁੱਕਣ। ਇਹਨਾਂ ਵਿਦਿਆਰਥੀਆਂ ਦੇ ਵੀਜ਼ਾ ਅੰਗਰੇਜ਼ੀ ਭਾਸ਼ਾ ਦੇ ਟੈਸਟ ਨਾਲ ਜੁੜੇ ਘੁਟਾਲੇ ਤੋਂ ਬਾਅਦ ਰੱਦ ਕਰ ਦਿੱਤੇ ਗਏ ਸਨ। ਇਹ ਮਾਮਲਾ 2014 ਦਾ ਹੈ, ਜਦ BBC ਪੈਨੋਰਾਮਾ ਨੇ ਜਾਂਚ 'ਚ UK ਦੇ 2 ਟੈਸਟ ਕੇਂਦਰਾਂ 'ਚ ਨਕਲ ਦੀ ਘਟਨਾ ਉਜਾਗਰ ਕੀਤੀ ਸੀ। ਇੱਥੇ ਵੀਜ਼ਾ ਲਈ ਜ਼ਰੂਰੀ ਭਾਸ਼ਾ ਟੈਸਟ ਲਿਆ ਜਾ ਰਿਹਾ ਸੀ। ਇਸ ਮਗਰੋਂ ਸਰਕਾਰ ਨੇ ਅਜਿਹੇ ਕੇਂਦਰਾਂ ਤੇ ਕਾਰਵਾਈ ਸ਼ੁਰੂ ਕੀਤੀ ਸੀ। ਇਸ ਦੌਰਾਨ ਅਜਿਹੇ ਕੇਂਦਰਾਂ ਨਾਲ ਜੁੜੇ ਹਜ਼ਾਰਾਂ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਇਸਲਾਮ ਦੇ ਪਵਿੱਤਰ ਮਹੀਨੇ ਰਮਜ਼ਾਨ ਦੀ ਸ਼ੁਰੂਆਤ ਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਵਧਾਈ ਦਿੱਤੀ ਹੈ। ਇਸਲਾਮੀ ਕੈਲੰਡਰ ਦੇ 9ਵੇਂ ਮਹੀਨੇ ਰਮਜ਼ਾਨ ਦੇ ਦੌਰਾਨ ਮੁਸਲਮਾਨ ਸਵੇਰ ਤੋਂ ਸ਼ਾਮ ਤੱਕ ਰੋਜ਼ਾ ਰੱਖਦੇ ਨੇ ਅਤੇ ਦੁਨਿਆਵੀ ਸੁੱਖਾਂ ਤੋਂ ਦੂਰ ਰਹਿੰਦੇ ਨੇ। ਰਾਸ਼ਟਰਪਤੀ ਜੋ ਬਾਈਡਨ ਅਤੇ ਫਰਸਟ ਲੇਡੀ ਜਿਲ ਬਾਈਡਨ ਨੇ ਬੁੱਧਵਾਰ ਨੂੰ ਇੱਕ ਬਿਆਨ 'ਚ ਕਿਹਾ, ਸਾਡੇ ਸਾਥੀ ਅਮਰੀਕੀਆਂ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਰਮਜ਼ਾਨ ਕਰੀਮ ਦੀਆਂ ਮੁਬਾਰਕਾਂ। ਅਸੀਂ ਤੁਹਾਡੇ ਲਈ ਖੁਸ਼ਹਾਲ ਅਤੇ ਸ਼ਾਂਤੀਪੂਰਨ ਰਮਜ਼ਾਨ ਦੀ ਕਾਮਨਾ ਕਰਦੇ ਹਾਂ। ਬਿਆਨ ਦੇ ਅਨੁਸਾਰ ਅਮਰੀਕਾ ਇਸ ਪਵਿੱਤਰ ਸਮੇਂ ਦੌਰਾਨ ਪਰੇਸ਼ਾਨੀਆਂ ਵਿੱਚ ਘਿਰੇ ਪੀੜਤ ਮੁਸਲਿਮ ਭਾਈਚਾਰਿਆਂ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦਾ ਹੈ। ਜੋੜੇ ਨੇ ਕਿਹਾ, ਅਸੀਂ ਤੁਰਕੀ ਅਤੇ ਸੀਰੀਆ ਦੇ ਲੋਕਾਂ ਅਤੇ ਪਾਕਿਸਤਾਨ ਦੇ ਬਹੁਤ ਲੋਕਾਂ ਦੇ ਨਾਲ ਖੜੇ ਹਾਂ। ਅਮਰੀਕਾ ਉਹਨਾਂ ਮੁਸਲਮਾਨਾਂ ਦੇ ਨਾਲ ਇਕਜੁੱਟਤਾ ਨਾਲ ਖੜਾ ਹੈ ਜੋ ਲਗਾਤਾਰ ਜ਼ੁਲਮ ਦਾ ਸਾਹਮਣਾ ਕਰ ਰਹੇ ਨੇ, ਜਿਸ ਵਿੱਚ ਪੀਪਲਜ਼ ਰਿਪਬਲਿਕ ਆਫ ਚਾਈਨਾ ਵਿੱਚ ਉਈਗਰ, ਬਰਮਾ 'ਚ ਰੋਹਿੰਗਿਆ ਅਤੇ ਦੁਨੀਆ ਭਰ 'ਚ ਅਤਿਆਚਾਰ ਦਾ ਸਾਹਮਣਾ ਕਰ ਰਹੇ ਹੋਰ ਮੁਸਲਿਮ ਭਾਈਚਾਰੇ ਸ਼ਾਮਲ ਨੇ। ਸਾਰੇ ਸੱਭਿਆਚਾਰਾਂ ਅਤੇ ਧਰਮਾਂ ਦੇ ਲੋਕ ਇਕੱਠੇ ਆਉਣ ਅਤੇ ਵਧੇਰੇ ਸਮਾਨਤਾ, ਨਿਆਂਪੂਰਨ ਸਹਿਣਸ਼ੀਲਤਾ ਅਤੇ ਵਧੇਰੇ ਹਮਦਰਦ ਰਾਸ਼ਟਰ ਬਣਾਉਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਣ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਆਪਣੀ ਪਤਨੀ ਤੇ ਵਫਦ ਦੇ ਨਾਲ ਵੀਰਵਾਰ ਸ਼ਾਮ ਨੂੰ ਕੈਨੇਡਾ ਪਹੁੰਚੇ। 27 ਘੰਟਿਆਂ ਦੇ ਬਾਈਡਨ ਦੇ ਇਸ ਦੌਰੇ ਦੌਰਾਨ ਕੈਨੇਡਾ ਤੇ ਅਮਰੀਕਾ ਦਰਮਿਆਨ ਸੰਬੰਧਾਂ, ਪ੍ਰੋਟੈਕਸ਼ਨਿਜ਼ਮ ਤੇ ਸਰਹੱਦ ਦੇ ਦੋਵੇਂ ਪਾਸਿਆਂ ਉੱਤੇ ਹੋਣ ਵਾਲੀਆਂ ਮਾਈਗ੍ਰੇਸ਼ਨ ਵਰਗੇ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ। ਬਾਈਡਨ ਤੇ ਉਹਨਾਂ ਦੀ ਪਤਨੀ ਜਿਲ ਬਾਈਡਨ ਦਾ ਸਵਾਗਤ ਵਿੱਤ ਮੰਤਰੀ, ਵਿਦੇਸ਼ ਮੰਤਰੀ ਔਰ ਕੈਨੇਡਾ ਵਿੱਚ ਅਮਰੀਕਾ ਦੇ ਅੰਬੈਸਡਰ ਤੇ ਅਮਰੀਕਾ ਵਿੱਚ ਕੈਨੇਡਾ ਦੀ ਅੰਬੈਸਡਰ ਹਿਲਮੈਨ ਵੱਲੋਂ ਕੀਤਾ ਗਿਆ। ਸਭ ਤੋਂ ਪਹਿਲਾਂ ਬਾਈਡਨ ਨੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰਕੇ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ। ਵੀਰਵਾਰ ਸ਼ਾਮ ਨੂੰ ਬਾਈਡਨ ਤੇ ਉਹਨਾਂ ਦੀ ਪਤਨੀ ਜਿਲ ਬਾਈਡਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀ ਪਤਨੀ ਸੋਫੀ ਟਰੂਡੋ ਨਾਲ ਰੀਡੂ ਕਾਟੇਜ ਸਥਿਤ ਉਹਨਾਂ ਦੀ ਰਿਹਾਇਸ਼ ਵਿਖੇ ਸਮਾਂ ਬਿਤਾਉਣਗੇ। ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਤਰਜਮਾਨ ਜੌਨ ਨੇ ਆਖਿਆ ਕਿ 2009 ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਪਹਿਲੀ ਦੁਵੱਲੀ ਮੀਟਿੰਗ ਅਸਲ 'ਚ ਹੁਣ ਕੈਨੇਡਾ 'ਚ ਹੋਣ ਜਾ ਰਹੀ ਹੈ। ਉਹਨਾਂ ਨੇ ਆਖਿਆ ਹੈ ਕਿ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਬਾਈਡਨ ਦਾ ਧਿਆਨ
ਕੈਨੇਡਾ ਅਮਰੀਕਾ ਸੰਬੰਧਾਂ ਵਿੱਚ ਸੁਧਾਰ ਲਿਆਉਣ ਉੱਤੇ ਕੇਂਦਰਿਤ ਰਿਹਾ। ਹੁਣ ਉਹ ਨਿਯਮਿਤ ਰਸਤਿਆਂ ਰਾਹੀਂ ਸੁਰੱਖਿਅਤ ਮਾਈਗ੍ਰੇਸ਼ਨ ਦੇ ਮਾਮਲੇ ਉੱਤੇ ਕੰਮ ਕਰ ਰਹੇ ਨੇ। ਤੀਜੇ ਸਾਲ ਵੱਲ ਵਧਦਿਆਂ ਤੇ ਇਸ ਦੌਰੇ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਇਹ ਅੰਦਾਜ਼ਾ ਲਗਾਵਾਂਗੇ ਕਿ ਅਸੀਂ ਕੀ ਕੁਝ ਕਰ ਚੁੱਕੇ ਹਾਂ, ਅਸੀਂ ਕਿੱਥੇ ਪਹੁੰਚ ਚੁੱਕੇ ਹਾਂ ਤੇ ਭਵਿੱਖ ਵਿੱਚ ਸਾਡੀਆਂ ਤਰਜੀਹਾਂ ਕੀ ਕਹਿਣਗੀਆਂ, ਕੀ ਰਹਿਣਗੀਆਂ। ਦੋਵਾਂ ਆਗੂਆਂ ਵੱਲੋਂ ਹਾਇਤੀ ਦੇ ਮੁੱਦੇ ਉੱਤੇ ਵੀ ਵਿਸਥਾਰ ਨਾਲ ਗੱਲਬਾਤ ਕੀਤੀ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ ਰੂਸ ਵੱਲੋਂ ਯੂਕਰੇਨ ਖਿਲਾਫ ਵਿੱਢੇ ਗਏ ਸੰਘਰਸ਼ ਤੇ ਚਾਈਨਾ ਵੱਲੋਂ ਸਿਰ ਚੁੱਕੇ ਜਾਣ ਦੇ ਮੁੱਦੇ ਤੇ ਵੀ ਇਸ ਦੌਰੇ ਦੌਰਾਨ ਮੁੱਖ ਤੌਰ ਉੱਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਅਮਰੀਕਾ ਦੇ ਮੈਰੀਲੈਂਡ ਸੂਬੇ ਵਿੱਚ ਇੱਕ ਕਾਰ ਦੇ ਹਾਈਵੇ ਵਰਕ ਜ਼ੋਨ ਵਿੱਚ ਹਾਦਸਾਗ੍ਰਸਤ ਹੋ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮੈਰੀਲੈਂਡ ਸਟੇਟ ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੁਰੂਆਤੀ ਜਾਂਚ ਦੇ ਅਨੁਸਾਰ ਇੱਕ ਭੂਰੇ ਰੰਗ ਦੀ ਕਾਰ ਹਾਈਵੇ ਤੇ ਵਰਕ ਜ਼ੋਨ ਵਿੱਚ ਦਾਖਲ ਹੋ ਗਈ ਅਤੇ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਪਲਟ ਗਈ। ਐਮਰਜੈਂਸੀ ਮੈਡੀਕਲ ਸੇਵਾ ਦੇ ਕਰਮਚਾਰੀਆਂ ਨੇ ਜ਼ਖਮੀਆਂ ਵਿੱਚੋਂ 6 ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਕਾਰ ਡਰਾਈਵਰ ਵਾਲ-ਵਾਲ ਬਚ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਰੀਲੈਂਡ ਦੇ ਗਵਰਨਰ ਵੇਸ ਮੂਰ ਨੇ ਬੁੱਧਵਾਰ ਦੁਪਹਿਰ ਨੂੰ ਟਵੀਟ ਕੀਤਾ ਕਿ ਉਹਨਾਂ ਦਾ ਦਫ਼ਤਰ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ। ਅਮਰੀਕਾ ਦੇ ਡੈਨਵਰ ਹਾਈ ਸਕੂਲ ਵਿੱਚ ਬੁੱਧਵਾਰ ਨੂੰ ਇੱਕ 17 ਸਾਲਾ ਵਿਦਿਆਰਥੀ ਨੇ 2 ਪ੍ਰਸ਼ਾਸਕਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਹੀ ਰਾਤ ਨੂੰ ਵਿਦਿਆਰਥੀ ਦੀ ਕਾਰ ਕੋਲ ਇੱਕ ਲਾਸ਼ ਮਿਲੀ ਸੀ। ਹਾਲਾਂਕਿ ਅਧਿਕਾਰੀ ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਕਰ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਦੇ ਵਿਵਹਾਰ ਕਾਰਨ ਉਸ ਸਕੂਲ 'ਚ ਰੋਜ਼ਾਨਾ ਤਲਾਸ਼ੀ ਲਈ ਜਾ ਰਹੀ ਹੈ, ਪਰ ਬੁੱਧਵਾਰ ਨੂੰ ਗੋਲੀਬਾਰੀ ਦੇ ਸਮੇਂ ਉੱਥੇ ਕੋਈ ਅਧਿਕਾਰੀ ਨਹੀਂ ਸੀ। ਅਧਿਕਾਰੀਆਂ ਦੇ ਅਨੁਸਾਰ 17 ਸਾਲਾ ਸ਼ੱਕੀ ਵਿਅਕਤੀ ਪ੍ਰਸ਼ਾਸਕਾਂ ਤੇ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਡੈਨਵਰ ਪੁਲਿਸ ਨੇ ਸ਼ੱਕੀ ਵਿਦਿਆਰਥੀ ਦੀ ਪਛਾਣ ਆਸਟਨ ਲਾਇਲ ਵਜੋਂ ਕੀਤੀ ਸੀ। ਡੈਨਵਰ ਹੈਲਥ ਹਸਪਤਾਲ ਦੇ ਬੁਲਾਰੇ ਹੀਥਰ ਨੇ ਕਿਹਾ ਕਿ ਜ਼ਖਮੀ ਪ੍ਰਸ਼ਾਸਕਾਂ ਚੋਂ ਇੱਕ ਨੂੰ ਬੁੱਧਵਾਰ ਦੁਪਹਿਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਸ ਦੇ ਨਾਲ ਹੀ ਦੂਜੇ ਪ੍ਰਸ਼ਾਸਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਮਲੇ ਦੇ ਮੁਲਜ਼ਮ ਵਿਦਿਆਰਥੀ ਦਾ ਵਾਹਨ ਡੈਨਵਰ ਤੋਂ ਲਗਭਗ 50 ਮੀਲ ਦੱਖਣ ਪੱਛਮ 'ਚ ਦੂਰ ਦੁਰਾਡੇ ਪਹਾੜੀ ਖੇਤਰ 'ਚ ਮਿਲਿਆ ਸੀ। ਪਾਕ ਕਾਉਂਟੀ ਦੇ ਸ਼ੈਰਿਫ ਟੌਮ ਨੇ ਕਿਹਾ ਕਿ ਪਾਕ ਕਾਉਂਟੀ ਦੇ ਛੋਟੇ ਜਿਹੇ ਕਸਬੇ ਬੇਲੀ ਨੇੜੇ ਬੁੱਧਵਾਰ ਰਾਤ ਨੂੰ ਕਾਰ ਕੋਲ ਇੱਕ ਲਾਸ਼ ਮਿਲੀ। ਦਿੱਲੀ ਸੁਰੱਖਿਆ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਦੇ ਹੋਏ ਡੈਨਵਰ ਸਕੂਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਹਿਰ ਦੇ ਪਬਲਿਕ ਹਾਈ ਸਕੂਲ ਵਿੱਚ ਹਥਿਆਰਬੰਦ ਅਫਸਰਾਂ ਨੂੰ ਤਾਇਨਾਤ ਕਰਨਗੇ। ਈਸਟ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਹਿੰਸਾ, ਤਾਲਾਬੰਦੀ ਅਤੇ ਇੱਕ ਵਿਦਿਆਰਥੀ ਦੀ ਹੱਤਿਆ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ 'ਚ ਕੋਲੋਰਾਡੋ ਕੈਪੀਟਲ 'ਚ ਰੈਲੀ ਕੀਤੀ। ਦੂਜੇ ਪਾਸੇ ਬੁੱਧਵਾਰ ਨੂੰ ਸਕੂਲ ਵਿੱਚ ਇਕੱਠੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਉਹ ਬੱਚਿਆਂ ਦੀ ਸੁਰੱਖਿਆ ਲਈ ਪੁਖਤਾ ਕਦਮ ਨਹੀਂ ਚੁੱਕ ਰਹੇ। ਪੁਲਿਸ ਨੇ ਲਾਇਲ ਬਾਰੇ ਜਾਣਕਾਰੀ ਦੇਣ ਦੇ ਲਈ $2000 ਇਨਾਮ ਦਾ ਐਲਾਨ ਕੀਤਾ ਹੈ। ਕੈਲੀਫੋਰਨੀਆ ਦੀ ਇੱਕ ਵਿਧਾਇਕਾ ਨੇ ਸਟੇਟ ਸੈਨੇਟ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਜੋ ਸਪਸ਼ਟ ਰੂਪ ਵਿੱਚ ਜਾਤ ਆਧਾਰਿਤ ਭੇਦਭਾਵ ਉੱਪਰ ਪਾਬੰਦੀ ਲਾਉਂਦਾ ਹੈ ਤੇ ਜਾਤੀ ਭੇਦਭਾਵ ਨੂੰ ਗੈਰ ਕਾਨੂੰਨੀ ਕਰਾਰ ਦਿੰਦਾ ਹੈ। ਇਹ ਪਹਿਲੀ ਨਿਵੇਕਲੀ ਕੋਸ਼ਿਸ਼ ਹੈ ਜੋ ਕਿਸੇ ਅਮਰੀਕੀ ਵਿਧਾਨ ਸਭਾ ਵੱਲੋਂ ਕੀਤੀ ਗਈ ਹੈ। ਸਟੇਟ ਸੈਨੇਟਰ ਆਇਸ਼ਾ ਬਹਾਵ, ਜਿਸ ਨੇ ਬਿੱਲ ਤਿਆਰ ਤੇ ਪੇਸ਼ ਕੀਤਾ ਹੈ, ਉਸਨੇ ਕਿਹਾ ਕਿ ਅਮਰੀਕਾ ਤੇ ਵਿਸ਼ੇਸ਼ ਤੌਰ ਤੇ ਕੈਲੀਫੋਰਨੀਆ 'ਚ ਜਿਵੇਂ ਸਮਾਜਿਕ ਵਿਭਿੰਨਤਾ ਵੱਧ ਰਹੀ ਹੈ, ਅਸੀਂ ਵੱਧ ਤੋਂ ਵੱਧ ਸੰਭਾਵੀ ਹੱਦ ਤੱਕ ਨਿਰਣਾਇਕ ਕਦਮ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਇੱਕ ਅਜਿਹਾ ਬਿੱਲ ਹੈ ਜਿਸ ਰਾਹੀਂ ਸਹੀ ਦਿਸ਼ਾ ਵੱਲ ਕਦਮ ਚੁੱਕਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਬਾਰੇ ਬਿੱਲ ਹੈ। ਬਹਾਵ ਅਫਗਾਨ ਅਮਰੀਕੀ ਹੈ ਜੋ ਫਰੀਮਾਂਟ ਵਿੱਚ ਵੱਡੀ ਹੋਈ ਨੇ ਕਿਹਾ ਕਿ ਉਸਨੇ ਅਨੁਭਵ ਕੀਤਾ ਕਿ ਜਾਤ ਕਿਵੇਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਬਿੱਲ ਵਿੱਚ ਰਾਜ ਦੇ ਭੇਦਭਾਵ ਵਿਰੋਧੀ ਕਾਨੂੰਨਾਂ ਤਹਿਤ ਜਾਤ ਨੂੰ ਸੁਰੱਖਿਅਤ ਸ਼੍ਰੇਣੀ 'ਚ ਰੱਖਣ ਦੀ ਤਜਵੀਜ਼ ਹੈ। ਅਮਰੀਕਾ ਨੇ ਚਾਈਨਾ ਦਾ ਇਹ ਦਾਅਵਾ ਖਾਰਿਜ ਕਰ ਦਿੱਤਾ ਕਿ ਉਸਨੇ ਦੱਖਣੀ ਚੀਨੀ ਸਾਗਰ ਦੇ ਵਿਵਾਦਤ ਖੇਤਰ 'ਚੋਂ ਅਮਰੀਕਾ ਦੇ ਇੱਕ ਜੰਗੀ ਬੇੜੇ ਨੂੰ ਖਦੇੜ ਦਿੱਤਾ ਹੈ। ਇਹ ਘਟਨਾ ਤੋਂ ਬਾਅਦ ਦੋਵਾਂ ਸ਼ਕਤੀਆਂ ਵਿਚਾਲੇ ਤਣਾਅ ਪੈਦਾ ਹੋਣ ਦਾ ਖਦਸ਼ਾ ਬਣ ਗਿਆ ਹੈ। ਅਮਰੀਕੀ ਜਲ ਸੈਨਾ ਦੇ 7ਵੀਂ ਫਲੀਟ ਨੇ ਕਿਹਾ ਕਿ ਚਾਈਨਾ ਦੀ ਦੱਖਣੀ ਥੀਏਟਰ ਕਮਾਂਡ ਨੇ ਬਿਆਨ ਦਿੱਤਾ ਹੈ ਕਿ ਉਸਨੇ ਅਮਰੀਕੀ ਜੰਗੀ ਬੇੜੇ ਨੂੰ ਪਾਰਸਲ ਆਈਲੈਂਡਸ ਦੇ ਪਾਣੀਆਂ 'ਚੋਂ ਬਾਹਰ ਜਾਣ ਦੇ ਲਈ ਮਜਬੂਰ ਕਰ ਦਿੱਤਾ। ਅਮਰੀਕੀ ਜਲ ਸੈਨਾ ਨੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ। ਲੈਫਟੀਨੈਂਟ ਲੂਕਾ ਬੈਕਿਕ ਨੇ ਕਿਹਾ ਕਿ ਅਮਰੀਕਾ ਦਾ ਜੰਗੀ ਬੇੜਾ ਦੱਖਣੀ ਚਾਈਨੀ ਸਾਗਰ 'ਚ ਆਮ ਦੀ ਤਰ੍ਹਾਂ ਮਸ਼ਕ ਕਰ ਰਿਹਾ ਸੀ ਅਤੇ ਉਸ ਨੂੰ ਉੱਥੋਂ ਖਦੇੜਿਆ ਨਹੀਂ ਗਿਆ।
अमेरिकी राष्ट्रपति जो बाइडन ने नीति माहिर भारतीय अमरीकी निशा दसई बिस्वाल ਨੂੰ यूएस इंटरनेशनल डिवेलपमेंट फाइनेंस कारपोरेशन ਦੇ ਡਿਪਟੀ ਸੀਈਓ ਦੇ ਅਹੁਦੇ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। यूएस इंटरनेशनल डिवेलपमेंट फाइनेंस कारपोरेशन अमेरिकी ਵਿੱਤੀ ਸੰਸਥਾ ਹੈ ਜੋ ਵਿਕਸਿਤ ਵਿਸ਼ਵ ਨੂੰ ਦਰਪੇਸ਼ ਮਹਿਮ ਵਿੱਤੀ ਚੁਣੌਤੀਆਂ ਹੱਲ ਕਰਨ ਦੇ ਲਈ ਨਿੱਜੀ ਖੇਤਰ ਨਾਲ ਭਾਈਵਾਲੀ ਕਰਦੀ ਹੈ। ਵਿਸਵਾਲ ਇਸ ਸਮੇਂ यूएस ਚੈਂਬਰ ਆਫ ਕਾਮਰਸ ਵਿਖੇ ਇੰਟਰਨੈਸ਼ਨਲ ਸਟ੍ਰੈਟਜੀ ਐਂਡ ਗਲੋਬਲ ਇਨੀਸ਼ੀਏਟਿਵ ਦੇ ਸੀਨੀਅਰ ਉਪ ਪ੍ਰਧਾਨ ਹੈ। अमेरिकी शॉर्ट सेलर फॉर्म हिंसबर्ग रिसर्च ने ਵੀਰਵਾਰ ਨੂੰ ਅਡਾਨੀ ਗਰੁੱਪ ਤੋਂ ਬਾਅਦ ट्विटर ਦੇ ਸਹਿ ਸੰਸਥਾਪਕ ਅਤੇ ਸਾਬਕਾ ਸੀਈਓ ਜ਼ੈਕ ਦੀ ਕੰਪਨੀ ਬਲੌਕ ਇੰਕ ਦੇ ਖਿਲਾਫ ਰਿਪੋਰਟ ਜਾਰੀ ਕੀਤੀ ਹੈ। ਹਿੰਸਬਰਗ ਨੇ ਇਸ ਰਿਪੋਰਟ ਵਿੱਚ ਦੋਸ਼ ਲਗਾਇਆ ਕਿ ਡੌਸੀ ਦੀ ਮੋਬਾਈਲ ਪੇਮੈਂਟ ਕੰਪਨੀ ਬਲੌਕ ਇੰਕ ਨੇ ਆਪਣੇ ਖਪਤਕਾਰਾਂ ਤੇ ਗਾਹਕਾਂ ਨਾਲ ਧੋਖਾ ਕੀਤਾ ਹੈ ਤੇ ਧੋਖਾਧੜੀ ਦੇ ਜ਼ਰੀਏ $1 ਬਿਲੀਅਨ ਜਾਨੀ ਕਰੀਬ 8,000 ਕਰੋੜ ਰੁਪਏ ਕਮਾਏ ਨੇ। ਹਿੰਸਬਰਗ ਨੇ ਕਿਹਾ ਸਾਡੀ 2 ਸਾਲ ਦੀ ਜਾਂਚ ਦਾ ਨਤੀਜਾ ਨਿਕਲਿਆ ਹੈ ਕਿ ਬਲੌਕ ਇੰਕ ਨੇ ਯੋਜਨਾਬੱਧ ਢੰਗ ਦੇ ਨਾਲ ਉਹਨਾਂ ਲੋਕਾਂ ਦਾ ਫਾਇਦਾ ਉਠਾਇਆ ਜਿਨ੍ਹਾਂ ਦੀ ਮਦਦ ਕਰਨ ਦਾ ਦਾਅਵਾ ਕੀਤਾ ਗਿਆ। ਬਲੌਕ ਇੰਕ ਨੇ ਆਪਣੇ ਯੂਜ਼ਰਸ ਦੀ ਗਿਣਤੀ ਵੀ ਵਧਾ ਚੜਾ ਕੇ ਦਿਖਾਈ ਹੈ। ਨਾਲ ਹੀ ਕੰਪਨੀ ਨੇ ਨਵੇਂ ਗਾਹਕਾਂ ਨੂੰ ਜੋੜਨ ਦੀ ਲਾਗਤ ਨੂੰ ਕਾਫੀ ਘਟਾ ਕੇ ਦੱਸਿਆ ਹੈ। ਹਿੰਸਬਰਗ ਨੇ ਕਿਹਾ ਕਿ ਉਸਨੇ ਬਲੌਕ ਦੇ ਸ਼ੇਅਰਾਂ ਵਿੱਚ ਇੱਕ ਛੋਟੀ ਸਥਿਤੀ ਲੈ ਕੇ ਰੱਖੀ ਸੀ ਜਾਣੀ ਕਿ ਉਸਨੇ ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਤੇ ਸੱਟਾ ਲਾਇਆ ਸੀ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਬਲੌਕ ਇੰਕ ਦੇ ਸਟਾਕ 'ਚ ਕਰੀਬ 20% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੇਅਰਾਂ 'ਚ ਗਿਰਾਵਟ ਕਾਰਨ ਕੰਪਨੀ ਨੂੰ ਅਰਬਾਂ ਦਾ नुकसान होया। हिंसबर्ग का दावा है कि ब्लॉक के शेयर 65 तो लैके 70% वध कीमत वाले ने। दस दे कि जैक जो सोशल मीडिया कंपनी ट्विटर के सह संस्थापक ने 2009 च ब्लॉक इंक की स्थापना उन्होंने की सी। ये कंपनी टैक्नोलॉजी के नाल संबंधित है। ब्लॉक इंक पहला स्क्वेयर के नाम वजों जानी जाती सी। गूगल द्वारा 12,000 नौकरियां विच कटौती की घोषणा तो बाद मूल कंपनी अल्फाबेट इंक के लगभग 1400 कर्मचारियों ने छांटी की प्रक्रिया के दौरान बेहतर इलाज की मांग करते हुए एक खुले पत्र से हस्ताक्षर किए ने। ब्लूमबर्ग के अनुसार 23 मार्च मुख कार्यकारी अधिकारी सुंदर पिचाई ਨੂੰ संबोधन एक खुले पत्र च कर्मचारियों ने कंपनी ਦੀਆਂ कई ਮੰਗਾਂ ਰੱਖੀਆਂ। इन्हां विच शामिल ने नवे भाड़े ਨੂੰ फ्रीज करना, लाजमी लोगों तो पहला स्वै इच्छत अस्तीफे की लोड़, नवे हायरां लई छांटे विच शामिल कर्मचारियों ਨੂੰ तरजीह देना ਅਤੇ कर्मचारियों की अदायगी ਨੂੰ एक निश्चित समय ਦੇ ਲਈ खत्म होण देना शामिल है। ਕਾਮਿਆਂ ने अल्फाबेट ਨੂੰ ਮਨੁੱਖੀ संकट वाले देशों तो कर्मचारियों ਨੂੰ ना ਕੱਢਣ ਦੇ ਲਈ ਵੀ ਕਿਹਾ है। इस दे नाल इसने कर्मचारियों ਨੂੰ नौकरियां गवाउण ਦੇ जोखम ਦੇ ਨਾਲ वीज़ा लिंक्ड रेजिडेंसी ਲਈ वाधू सहायता प्रदान ਕਰਨ ਦੀ ਮੰਗ ਕੀਤੀ है। पत्र विच कहा गया है कि अल्फाबेट के कर्मचारियों की गिनती ਨੂੰ ਘਟਾਉਣ ਦੇ फैसले के प्रभाव विश्व व्यापी ने। किते भी कर्मचारियों की आवाज़ ਨੂੰ उचित रूप ਦੇ ਵਿੱਚ नहीं ਮੰਨਿਆ ਗਿਆ ਹੈ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਇਕੱਲੇ ਨਾਲੋਂ ਜ਼ਿਆਦਾ ਮਜ਼ਬੂਤ ਹਾਂ। ਜਨਵਰੀ ਵਿੱਚ ਅਲਫਾਬੈਟ ਨੇ ਮਹਾਮਾਰੀ ਤੋਂ ਬਾਅਦ ਦੀ ਮੰਦੀ ਦੇ ਮੱਦੇਨਜ਼ਰ ਖਰਚਿਆਂ ਨੂੰ ਘਟਾਉਣ ਦੇ ਲਈ ਨਿਵੇਸ਼ਕਾਂ ਦੇ ਦਬਾਅ ਤੋਂ ਬਾਅਦ ਆਪਣੇ ਕਰਮਚਾਰੀਆਂ ਦੇ ਲਗਭਗ 6% ਦੀ ਕਟੌਤੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਮੈਟਾ ਪਲੇਟਫਾਰਮ ਇੰਕ, Amazon.com ਇੰਕ ਅਤੇ ਮਾਈਕਰੋਸਾਫਟ ਕਾਰਪੋਰੇਸ਼ਨ ਹੋਰ ਤਕਨੀਕੀ ਦਿਗਜਾਂ ਵਿੱਚੋਂ ਨੇ ਜਿਨ੍ਹਾਂ ਨੇ ਹਾਲ ਹੀ ਦੇ ਮਹੀਨਿਆਂ 'ਚ ਕਰਮਚਾਰੀਆਂ ਦੀ ਕਟੌਤੀ ਕੀਤੀ ਸੀ। चीनी राष्ट्रपति शी जिनपिंग ने बुधवार ਨੂੰ रूस की अपनी यात्रा की समाप्ति की ਅਤੇ ਆਪਣੇ रूसी हमरुतबा ਵਲਾਦੀਮੀਰ ਪੁਤਿਨ ਦੇ ਨਾਲ ਅਮਰੀਕਾ ਦੇ ਇੰਡੋ ਪੈਸੀਫਿਕ ਰਣਨੀਤੀ ਦਾ ਮੁਕਾਬਲਾ ਕਰਨ ਦੇ ਲਈ ਬਰਾਬਰ, ਖੁੱਲੀ ਅਤੇ ਸੰਮਿਲਿਤ ਸੁਰੱਖਿਆ ਪ੍ਰਣਾਲੀ ਬਣਾਉਣ ਦੇ ਲਈ ਸਹਿਮਤੀ ਪ੍ਰਗਟਾਈ। ਉਹਨਾਂ ਨੇ ਪੁਤਿਨ ਦੇ ਨਾਲ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਜਿਸ ਤੋਂ ਬਾਅਦ ਨੇਤਾਵਾਂ ਨੇ ਨਵੇਂ ਯੁੱਗ ਦੇ ਲਈ ਤਾਲਮੇਲ ਦੀ ਵਿਆਪਕ ਰਣਨੀਤੀ, ਭਾਈਵਾਲੀ ਅਤੇ ਚੀਨੀ ਰੂਸ ਆਰਥਿਕ ਸਹਿਯੋਗ ਵਿੱਚ ਤਰਜੀਹਾਂ ਦੇ 2030 ਤੋਂ ਪਹਿਲਾਂ ਦੀ ਵਿਕਾਸ ਯੋਜਨਾ ਨੂੰ ਡੂੰਘਾ ਕਰਨ ਲਈ 2 ਮੀਟਿੰਗਸ ਕੀਤੀਆਂ। ਜਿਨਪਿੰਗ ਨੇ ਯੂਕਰੇਨ ਸੰਘਰਸ਼ ਵਿੱਚ ਸ਼ਾਂਤੀ ਬਣਾਉਣ ਵਾਲੇ ਵਜੋਂ ਆਪਣੀ ਭੂਮਿਕਾ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਮਾਸਕੋ ਦੀ 3 ਦਿਨਾਂ ਦੀ ਯਾਤਰਾ ਕੀਤੀ। ਉਸਨੇ ਇਸ ਦਿਸ਼ਾ ਵਿੱਚ ਸ਼ਾਂਤੀ ਵਾਰਤਾ ਯੋਜਨਾ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਹੈ ਜਿਸ ਨੂੰ ਯੂਕਰੇਨ ਦੇ ਮੁੱਖ ਸਹਿਯੋਗੀ ਅਮਰੀਕਾ ਤੋਂ ਠੰਡਾ ਹੁੰਗਾਰਾ ਮਿਲਿਆ। ਮਾਰਚ 2013 ਚ ਪਹਿਲੀ ਵਾਰ ਚਾਈਨਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਉਹਨਾਂ ਦੀ ਰੂਸ ਦੀ ਯਾਤਰਾ ਨੂੰ ਦੋਸਤੀ, ਸਹਿਯੋਗ ਅਤੇ ਸ਼ਾਂਤੀ ਦੀ ਯਾਤਰਾ ਦੱਸਿਆ ਗਿਆ ਹੈ। ਚਾਈਨਾ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਸ਼ੀ ਦੀ ਰੂਸ ਦੀ ਹਾਲ ਹੀ ਵਿੱਚ ਸਮਾਪਤ ਹੋਈ ਰਾਜ ਯਾਤਰਾ ਦੋਸਤੀ, ਸਹਿਯੋਗ ਅਤੇ ਸ਼ਾਂਤੀ ਦੀ ਯਾਤਰਾ ਸੀ। ਚਾਈਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਨੇ ਕਿਹਾ ਕਿ ਚਾਈਨਾ ਯੂਕਰੇਨ ਸੰਘਰਸ਼ ਵਿੱਚ ਨਿਰਪੱਖ ਹੈ ਅਤੇ ਉਸਨੇ ਦੁਹਰਾਇਆ ਕਿ ਬੀजिंग ਯੂਕਰੇਨ ਮੁੱਦੇ ਤੇ ਕੋਈ ਸਵਾਰਥੀ ਇਰਾਦਾ ਨਹੀਂ ਰੱਖਦਾ।
ਦਰਸ਼ਕ ਨਹੀਂ ਬਣਿਆ ਹੋਇਆ, ਮੂਕ ਦਰਸ਼ਕ ਹੋ ਜਾਂ ਇਸ ਮੌਕੇ ਦਾ ਫਾਇਦਾ ਨਹੀਂ ਉਠਾ ਰਿਹਾ। ਵਾਂਗ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਰੂਸ ਦੀ ਯਾਤਰਾ ਦੋਸਤੀ, ਸਹਿਯੋਗ ਅਤੇ ਸ਼ਾਂਤੀ ਦੀ ਯਾਤਰਾ ਹੈ, ਜਿਸ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਚਾਈਨਾ ਵੱਲੋਂ ਜੰਗਬੰਦੀ ਅਤੇ ਗੱਲਬਾਤ ਦੀ ਮੰਗ ਕਰਦੇ ਹੋਏ ਪੇਸ਼ ਕੀਤੇ ਗਏ 12 ਸੂਤਰ ਸ਼ਾਂਤੀ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਬੁਲਾਰੇ ਨੇ ਕਿਹਾ, ਯੂਕਰੇਨ ਮੁੱਦੇ ਤੇ ਸਿਆਸੀ ਹੱਲ ਨੂੰ ਅੱਗੇ ਵਧਾਉਣ ਦੇ ਲਈ ਚਾਈਨਾ ਉਸਾਰੂ ਭੂਮਿਕਾ ਨਿਭਾਉਂਦਾ ਰਹੇਗਾ ਅਤੇ ਰੂਸ ਨੇ ਇਸ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਨਾਟੋ ਦਾ ਏਸ਼ੀਆਈ ਪ੍ਰਸ਼ਾਂਤ ਦੇਸ਼ਾਂ ਦੇ ਨਾਲ ਫੌਜੀ ਸੁਰੱਖਿਆ ਸੰਬੰਧ ਦਾ ਨਿਰੰਤਰ ਵਿਸਤਾਰ, ਜਿਸ ਦਾ ਇਹ ਕਹਿਣਾ ਹੈ ਕਿ ਖੇਤਰ ਸ਼ਾਂਤੀ ਅਤੇ ਸਥਿਰਤਾ ਨੂੰ ਕਮਜ਼ੋਰ ਕਰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਣ ਤੋਂ ਬਾਅਦ ਪਹਿਲੀ ਵਾਰੀ ਜੋ ਬਾਈਡਨ ਕੈਨੇਡਾ ਪਹੁੰਚਣ ਵਾਲੇ ਨੇ। ਇਸ ਦੌਰਾਨ ਕਰਵਾਏ ਗਏ ਸਰਵੇਖਣ ਤੋਂ ਸਾਹਮਣੇ ਆਇਆ ਕਿ ਬਹੁ ਗਿਣਤੀ ਕੈਨੇਡੀਅਨਜ਼ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਸਹਿਯੋਗ ਦੇ ਹੱਕ ਵਿੱਚ ਨੇ। ਦੀ ਜ਼ੀਰੋ ਮੀਡੀਆ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਦੇ ਅਨੁਸਾਰ 93% ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਜਮਹੂਰੀਅਤ ਨੂੰ ਟਿੱਚ ਮੰਨਣ ਵਾਲੀਆਂ ਵਿਦੇਸ਼ੀ ਤਾਕਤਾਂ ਨੂੰ ਰੋਕਣ ਦੇ ਲਈ ਸਿਕਿਉਰਿਟੀ ਤੇ ਖੂਫੀਆ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦੇਣਾ ਦੋਵੇਂ ਦੇਸ਼ਾਂ ਦੀ ਤਰਜੀਹ ਹੋਣੀ ਚਾਹੀਦੀ ਹੈ। ਯੂਕਰੇਨ ਵਿੱਚ ਜਾਰੀ ਜੰਗ, ਚਾਈਨਾ ਤੇ ਉੱਤਰੀ ਕੋਰੀਆ ਵੱਲੋਂ ਫੌਜੀ ਮਸ਼ਕਾਂ ਵਿੱਚ ਕੀਤੇ ਵਾਅਦੇ ਦਰਮਿਆਨ 2/3 ਕੈਨੇਡੀਅਨਜ਼ ਚਾਹੁੰਦੇ ਨੇ ਕਿ ਅਮਰੀਕਾ ਦੀਆਂ ਮਿਜ਼ਾਈਲਾਂ ਕੈਨੇਡਾ ਦੀ ਧਰਤੀ ਉੱਤੇ ਲਗਾਈਆਂ ਜਾਣ। ਸਰਵੇਖਣ 'ਚ ਹਿੱਸਾ ਲੈਣ ਵਾਲੇ 83% ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਨਾਰਥ ਅਮਰੀਕਾ ਉੱਤੇ ਹਮਲਾ ਹੋਣ ਦੀ ਸੂਰਤ ਦੇ ਵਿੱਚ ਉਹ ਚਾਹੁੰਦੇ ਨੇ ਕਿ ਦੋਵੇਂ ਦੇਸ਼ ਸਾਂਝੇ ਮਿਜ਼ਾਈਲ ਡਿਫੈਂਸ ਪ੍ਰੋਗਰਾਮ ਦਾ ਸਮਰਥਨ ਕਰਨ। 1/3 ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਡੋਨਾਲਡ ਟਰੰਪ ਦੇ ਯੁੱਗ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੇ ਸੰਬੰਧ ਅਸਲ ਵਿੱਚ ਖਰਾਬ ਹੋ ਗਏ ਨੇ। 47% ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਸੰਬੰਧ ਪਹਿਲਾਂ ਵਾਂਗ ਚੱਲ ਰਹੇ ਨੇ। ਹੁਣ ਸਾਰਿਆਂ ਦੀਆਂ ਨਜ਼ਰਾਂ ਬਾਈਡਨ ਦੇ ਇਸ ਦੌਰੇ ਤੇ ਟਿਕੀਆਂ ਨੇ ਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਸੰਬੰਧਾਂ ਵਿੱਚ ਸ਼ਾਇਦ ਸੁਧਾਰ ਆਏਗਾ। ਇਹ ਸਰਵੇਖਣ ਅਮਰੀਕਾ ਤੇ ਕੈਨੇਡਾ ਦੋਵੇਂ ਥਾਵਾਂ ਉੱਤੇ ਕਰਵਾਇਆ ਗਿਆ ਹੈ। ਅਮਰੀਕਾ ਦੀ ਇੱਕ ਅਦਾਲਤ ਨੇ 34 ਸਾਲਾ ਭਾਰਤੀ ਨਾਗਰਿਕ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਦੋਸ਼ੀ ਵਿਅਕਤੀ ਨੂੰ 188 ਮਹੀਨੇ ਕੈਦ ਦੀ ਸਜ਼ਾ ਸੁਣਾਈ। ਭਾਰਤੀ ਨਾਗਰਿਕ ਇੱਕ ਕਰੂਜ਼ ਜਹਾਜ਼ ਦਾ ਕਰਮਚਾਰੀ ਹੈ ਤੇ ਉਸ ਨੂੰ ਬਾਲ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਵੰਡਣ ਦਾ ਦੋਸ਼ੀ ਠਹਿਰਾਇਆ ਗਿਆ। ਅਮਰੀਕੀ ਨਿਆਂ ਵਿਭਾਗ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਐਂਜਲੋ ਵਿਕਟਰ ਫਰਨਾਂਡੇਜ਼ ਗੋਆ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਅਮਰੀਕਾ 'ਚ ਇੱਕ ਕਰੂਜ਼ ਜਹਾਜ਼ ਵਿੱਚ ਕੰਮ ਕਰ ਰਿਹਾ ਸੀ। ਦੋਸ਼ ਹੈ ਕਿ ਸਾਲ 2022 'ਚ ਡੈਨੀਅਲ ਸਕੌਟ ਕਰੋ ਨਾਂ ਦੇ ਵਿਅਕਤੀ ਨੇ ਸੋਸ਼ਲ ਮੀਡੀਆ ਐਪਸ ਰਾਹੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ 13 ਵੀਡੀਓਜ਼ ਭੇਜੇ ਸੀ। ਫਰਨਾਂਡੇਜ਼ ਨੇ ਸੰਦੇਸ਼ 'ਚ ਵੀ ਕਿਹਾ ਸੀਗਾ ਕਿ ਉਹ ਕਰੂਜ਼ ਜਹਾਜ਼ ਦੇ ਸਫ਼ਰ ਦੌਰਾਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਵੀ ਇੰਤਜ਼ਾਮ ਕਰ ਦੇਗਾ। ਇਹ ਸੰਦੇਸ਼ ਫਰਨਾਂਡੇਜ਼ ਖਿਲਾਫ ਅਹਿਮ ਸਬੂਤ ਸਾਬਤ ਹੋਏ। ਸਰਕਾਰੀ ਵਕੀਲ ਨੇ ਵੀ ਦੱਸਿਆ ਕਿ ਕਿਸੇ ਹੋਰ ਵਿਅਕਤੀ ਦੇ ਨਾਲ ਮੈਸੇਂਜਿੰਗ ਐਪ ਤੇ ਗੱਲਬਾਤ ਦੌਰਾਨ ਫਰਨਾਂਡੇਜ਼ ਨੇ ਦਾਅਵਾ ਕੀਤਾ ਸੀਗਾ ਕਿ ਉਹ ਸਰੀਰਕ ਸੰਬੰਧ ਬਣਾਉਣ ਦੇ ਲਈ ਨਾਬਾਲਗ ਬੱਚਿਆਂ ਦਾ ਪ੍ਰਬੰਧ ਕਰ ਸਕਦਾ ਸੀ। ਯੂਐਸ ਫੈਡਰਲ ਜ਼ਿਲ੍ਹਾ ਅਦਾਲਤ ਨੇ ਫਰਨਾਂਡੇਜ਼ ਨੂੰ 188 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ। ਤੁਹਾਨੂੰ ਦੱਸ ਦਈਏ ਕਿ ਡੈਨੀਅਲ ਸਕੌਟ ਕੋ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਦੋਸ਼ੀ ਠਹਿਰਾਇਆ ਗਿਆ ਹੈ ਤੇ ਦਸੰਬਰ 2022 'ਚ ਅਦਾਲਤ ਨੇ ਉਸ ਨੂੰ 30 ਸਾਲ ਦੀ ਸਜ਼ਾ ਸੁਣਾਈ ਸੀ। ontario ਵਿੱਚ ਆਰਜ਼ੀ ਤੌਰ ਤੇ ਲਾਗੂ ਤਨਖਾਹ ਸਮੇਤ ਬਿਮਾਰੀ ਦੀ ਛੁੱਟੀ ਵਾਲੀ ਯੋਜਨਾ ਜਲਦ ਖਤਮ ਕੀਤੀ ਜਾ ਰਹੀ ਹੈ। ਪ੍ਰੀਮੀਅਰ ਡਗ ਫੋਰਡ ਦੇ ਦਫ਼ਤਰ ਮੁਤਾਬਕ ਮਹਾਮਾਰੀ ਦੌਰਾਨ ਲਿਆਂਦੀ ਯੋਜਨਾ ਇਸ ਮਹੀਨੇ ਦੇ ਅੰਤ ਤੱਕ ਹੀ ਜਾਰੀ ਰਹੇਗੀ। ਕੈਨੇਡਾ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਦਾ ਇੱਕ ਐਮਪੀ ਗੰਭੀਰ ਦੋਸ਼ ਲੱਗਣ ਮਗਰੋਂ ਪਾਰਟੀ ਛੱਡਣ ਦੇ ਲਈ ਮਜਬੂਰ ਹੋ ਗਿਆ। ਗਲੋਬਲ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਹੈਨ ਡੋਂਗ ਨੇ ਫੈਬਰੂਅਰੀ 2021 'ਚ ਇੱਕ ਚੀਨੀ ਡਿਪਲੋਮੈਟ ਦੇ ਕੰਨ ਵਿੱਚ ਕਥਿਤ ਤੌਰ ਤੇ ਫੂਕ ਮਾਰੀ ਸੀਗੀ ਕਿ ਮਾਈਕਲ ਕੰਵਰਿੰਗ ਅਤੇ ਮਾਈਕਲ ਸਪੈਫਰਡ ਦੀ ਰਿਹਾਈ ਲਟਕਾ ਦਿੱਤੀ ਜਾਏ। ਉਧਰ ਹੈਨ ਡੋਂਗ ਇਹਨਾਂ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਦੱਸ ਰਹੇ ਨੇ। ਸੇਂਟ ਪੈਟਰਿਕ ਦਿਵਸ ਦੇ ਸੰਬੰਧ 'ਚ ਬੀਤੇ ਦਿਨੀ ਟੋਰਾਂਟੋ ਵਿਖੇ ਸੇਂਟ ਪੈਟਰਿਕ ਡੇ ਦਾ ਆਯੋਜਨ ਕੀਤਾ ਗਿਆ, ਜਿਸ 'ਚ ਇੱਥੇ ਵਸਦੇ ਹਰ ਵਰਗ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕਈ ਸਾਲ ਤੋਂ ਪਹਿਲਾਂ ਬਰਤਾਨੀਆ ਵਿਖੇ ਅਮੀਰ ਮਾਪਿਆਂ ਦੇ ਘਰ ਜਨਮੇ ਸੇਂਟ ਪੈਟਰਿਕ ਨੇ ਜਿੱਥੇ ਈਸਾਈ ਧਰਮ ਦਾ ਖੂਬ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਈਸਾਈ ਮਤ ਵੱਲ ਪ੍ਰੇਰਿਤ ਕੀਤਾ। ਸੇਂਟ ਪੈਟਰਿਕ ਦਿਵਸ ਟੋਰਾਂਟੋ ਵਿਖੇ ਸਨ 1863 ਤੋਂ ਲਗਾਤਾਰ ਮਨਾਇਆ ਜਾਂਦਾ ਹੈ ਤੇ ਇਸ ਦਿਨ ਉਹਨਾਂ ਦੀ ਯਾਦ ਵਿੱਚ ਪਰੇਡ ਕੱਢੀ ਜਾਂਦੀ ਹੈ, ਜਿੱਥੇ ਲੋਕਾਂ ਵੱਲੋਂ ਸੇਂਟ ਦੀ ਯਾਦ ਵਿੱਚ ਹਰਿਆਲੀ ਦੀ ਨਿਸ਼ਾਨੀ ਹਰੇ ਰੰਗ ਦਾ ਪਹਿਰਾਵਾ ਪਾਇਆ ਜਾਂਦਾ ਹੈ ਤੇ ਅੱਜਕੱਲ ਬੱਚਿਆਂ ਤੇ ਵੱਡਿਆਂ ਦੁਆਰਾ ਸਕੂਲਾਂ ਤੇ ਹੋਰ ਅਦਾਰਿਆਂ 'ਚ ਵੀ ਇਸ ਦਿਵਸ ਨੂੰ ਮਨਾਇਆ ਜਾਂਦਾ ਹੈ, ਜਿੱਥੇ ਲੋਕ ਉਹਨਾਂ ਦੀ ਯਾਦ ਵਿੱਚ ਹਰੇ ਰੰਗ ਦੇ ਕੱਪੜੇ ਤੇ ਕਈ ਵਾਰ ਆਪਣਾ ਆਲਾ ਦੁਆਲਾ ਵੀ ਹਰੇ ਰੰਗ ਦਾ ਰੰਗ ਲੈਂਦੇ ਨੇ। ਇਸ ਵਾਰ ਟੋਰਾਂਟੋ ਵਿਖੇ ਸੇਂਟ ਪਰੇਡ 'ਚ ਪੰਜਾਬ ਪਵੇਲੀਅਨ ਦੀ ਟੀਮ ਵੱਲੋਂ ਸ਼ਾਮਲ ਹੋ ਕੇ ਪੰਜਾਬ ਦੀ ਵੀ ਨੁਮਾਇੰਦਗੀ ਕੀਤੀ ਗਈ।
ਵਿਸ਼ਵ ਦੇ ਸਭ ਤੋਂ ਲੰਬੀ ਦਾੜੀ ਦਾ ਰਿਕਾਰਡ ਬਣਾਉਣ ਵਾਲੇ ਸਿੱਖ ਗਿਆਨੀ ਸਰਵਣ ਸਿੰਘ ਕੋਲ ਹੈ। ਉਹਨਾਂ ਦੀ ਦਾੜੀ ਦੀ ਲੰਬਾਈ 8 ਫੁੱਟ 25 ਇੰਚ ਹੈ। ਦੂਜੀ ਵਾਰ ਉਹਨਾਂ ਨੂੰ ਸਭ ਤੋਂ ਲੰਬੀ ਦਾੜੀ ਵਾਲੇ ਵਿਅਕਤੀ ਦਾ ਖਿਤਾਬ ਮਿਲਿਆ। ਸਰਵਣ ਕੈਨੇਡਾ ਵਿੱਚ ਰਹਿੰਦੇ ਨੇ। ਜਦੋਂ ਇਸ ਨੂੰ 4 ਮਾਰਚ 2010 ਨੂੰ ਰੋਮ ਦੇ ਵਿੱਚ ਮਾਪਿਆ ਗਿਆ ਤਾਂ ਇਸ ਦੀ ਲੰਬਾਈ 7 ਫੁੱਟ 9 ਇੰਚ ਸੀ। ਫਿਰ ਜਦੋਂ ਇਸ ਦੀ ਲੰਬਾਈ 5 ਅਕਤੂਬਰ 2022 ਨੂੰ ਲਈ ਗਈ ਤਾਂ ਇਹ ਹੋਰ ਵੱਧ ਗਈ ਸੀ। ਅੱਜ ਤੱਕ ਉਹਨਾਂ ਦੀ ਦਾੜੀ ਤੇ ਕੈਂਚੀ ਨਹੀਂ ਚੱਲੀ। ਉਹ ਇਸ ਦਾ ਬਹੁਤ ਧਿਆਨ ਰੱਖਦੇ ਨੇ। ਰਿਕਾਰਡ ਦੇ ਲਈ ਜ਼ਰੂਰੀ ਹੈ ਕਿ ਵਾਲ ਕੁਦਰਤੀ ਹੋਣ। ਉਹਨਾਂ ਦੀ ਦਾੜੀ ਦੀ ਲੰਬਾਈ ਗਿੱਲੀ ਕਰਕੇ ਮਿਣੀ ਜਾਂਦੀ ਹੈ। ਇਸ ਕਾਰਨ ਘੁਰੱਲੇਪਣ ਦਾ ਅਸਰ ਨਹੀਂ ਰਹਿੰਦਾ। ਇਹ ਵਾਲਾਂ ਦੀ ਸਹੀ ਲੰਬਾਈ ਪ੍ਰਾਪਤ ਕਰਨ 'ਚ ਮਦਦ ਕਰਦਾ ਹੈ। ਸਰਵਣ ਆਮ ਤੌਰ ਤੇ ਦਿਨ ਭਰ ਆਪਣੀ ਦਾੜੀ ਨੂੰ ਬੰਨ੍ਹ ਕੇ ਰੱਖਦੇ ਨੇ। ਉਹ ਦਾੜੀ ਨੂੰ ਇੱਕ ਥਾਂ ਰੱਖਣ ਦੇ ਲਈ ਕੱਪੜੇ ਦੀ ਵਰਤੋਂ ਕਰਦੇ ਨੇ। ਹਾਲਾਂਕਿ ਕੁਝ ਧਾਰਮਿਕ ਅਤੇ ਖਾਸ ਮੌਕਿਆਂ ਤੇ ਉਹ ਆਪਣੀ ਦਾੜੀ ਨੂੰ ਖੁੱਲੀ ਰੱਖਦੇ ਨੇ। ट्रैफिक स्टॉप दौरान पुलिस अधिकारियों ने बच के निकलण के चक्कर में अपने ट्रैक्टर ट्रेलर नाल दूजी गड्डी नूं टक्कर मारन वाले ब्रैम्पटन के पंजाबी मूल के व्यक्ति नूं गिरफ्तार कर लिया है ते हुण उस उत्ते कई चार्जिज लाए जाणगे। पील ओरिजिनल पुलिस का कहना है कि 10 मार्च नूं सवेरे 9:30 बजे तो बाद ब्रैम्पटन विच विलियम्स पार्क वे ते डिक्सी रोड एरिया 9 हैवी ट्रक जोन विच कथित तौर उत्ते हैवी ट्रैक्टर ट्रेलर नाल ड्राइव कर रहे एक ड्राइवर नूं रोकण दे लई पुलिस ने ट्रैफिक नूं रोकिया। फिर जदों पुलिस ड्राइवर तक पहुंचण लई वधी तां उसने पूरी स्पीड नाल अपने ट्रैक्टर ट्रेलर नूं उत्थों लिजाण दी कोशिश की ते सफल हो गया। पब्लिक सेफ्टी नूं ध्यान च रखदिआं होइआं पुलिस ड्राइवर नूं काबू नहीं कर सकी। कुछ मिंटां बाद ही पुलिस अधिकारियों नूं ट्रैक्टर ट्रेलर एयरपोर्ट रोड ते क्वीन स्ट्रीट एरिया विच नज़र आया। पुलिस नूं वेखण मगरों ड्राइवर नूं बेतरतीबे ढंग दे नाल ट्रक चलाउणा शुरू कर दित्ता। कुछ देरी उत्ते गौरवे ड्राइव ते स्टील्स एवेन्यू उत्ते ड्राइवर ने एक गड्डी नूं टक्कर मारी ते मौके उत्तों फिर वो नहीं रुकिया। 20 मार्च ਨੂੰ ਜਾਂਚਕਾਰਾਂ ਨੇ ਡਰਾਈਵਰ ਦੀ ਪਛਾਣ ਬਰੈਂਪਟਨ ਦੇ 28 ਸਾਲਾਂ ਦੇ ਲਵਪ੍ਰੀਤ ਸਿੰਘ ਵਜੋਂ ਕੀਤੀ ਤੇ ਉਸ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਕਰ ਦਿੱਤੇ। 2 ਦਿਨ ਬਾਅਦ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ। ਉਸ ਨੂੰ ਕਈ ਚਾਰजेस ਜਿਵੇਂ ਕਿ ਪੁਲਿਸ ਕੋਲੋਂ ਭੱਜਣਾ, ਖਤਰਨਾਕ ਢੰਗ ਦੇ ਨਾਲ ਕੰਮ ਕਰਨ ਤੇ ਹਾਦਸੇ ਨੂੰ ਅੰਜਾਮ ਦੇਣ ਮਗਰੋਂ ਨਾ ਰੁਕਣ ਦਾ ਸਾਹਮਣਾ ਕਰਨਾ ਪੈ ਰਿਹਾ। ਪੁਲਿਸ ਨੇ ਦੱਸਿਆ ਕਿ ਜਾਲੀ ਪਛਾਣ ਦੱਸ ਕੇ ਗੱਡੀਆਂ ਕਿਰਾਏ ਉੱਤੇ ਲੈਣ ਦਾ ਲਵਪ੍ਰੀਤ ਦਾ ਇਤਿਹਾਸ ਰਿਹਾ ਹੈ। ਡਗਫੋਰਡ ਸਰਕਾਰ ਨੇ ਓਨਟਾਰੀਓ ਦੇ ਇਤਿਹਾਸ ਦਾ ਸਭ ਤੋਂ ਵੱਧ ਖਰਚਿਆਂ ਵਾਲਾ ਬਜਟ ਪੇਸ਼ ਕੀਤਾ ਹੈ। $204 ਬਿਲੀਅਨ ਦੇ ਇਸ ਬਜਟ ਵਿੱਚ ਮਹਿੰਗਾਈ ਨਾਲ ਜੂਝ ਰਹੇ ਓਨਟਾਰੀਓ ਵਾਸੀਆਂ ਲਈ ਕੋਈ ਨਵੀਂ ਫੰਡਿੰਗ ਨਹੀਂ ਹੈ ਤੇ ਨਾ ਹੀ ਕੋਵਿਡ-19 ਲਈ ਕੋਈ ਰਕਮ ਪਾਸੇ ਰੱਖੀ ਗਈ ਹੈ। ਇਸ ਦੀ ਥਾਂ ਉੱਤੇ ਹਾਈਵੇਜ਼ ਦੇ ਨਿਰਮਾਣ ਵਰਗੇ ਪ੍ਰੋਜੈਕਟਾਂ ਲਈ ਵੱਡੀ ਰਕਮ ਗਈ ਹੈ, ਪਰ ਇਹ ਵੇਰਵੇ ਸਾਂਝੇ ਨਹੀਂ ਕੀਤੇ ਗਏ ਕਿ ਇਹ ਰਕਮ ਕਿਸ ਤਰ੍ਹਾਂ ਖਰਚ ਕੀਤੀ ਜਾਏਗੀ। ਆਮਦਨ ਉੱਤੇ ਟੇਕ ਰੱਖਦਿਆਂ ਸਰਕਾਰ ਦੀ ਯੋਜਨਾ ਅਗਲੇ ਸਾਲ ਤੱਕ ਸ਼ਡਿਊਲ ਤੋਂ 3 ਸਾਲ ਪਹਿਲਾਂ ਹੀ ਬਜਟ ਨੂੰ ਸੰਤੁਲਿਤ ਕਰਨ ਦੀ ਹੈ। 186 ਪੰਨਿਆਂ ਦੇ ਇਸ ਬਜਟ ਵਿੱਚ ਬਿਲਡਿੰਗ ਓਨਟਾਰੀਓ ਦੇ ਨਾਂ ਉੱਤੇ ਅਗਲੇ 10 ਸਾਲਾਂ ਵਿੱਚ ਖਰਚ ਕਰਨ ਵਾਸਤੇ $25 ਬਿਲੀਅਨ ਰਾਖਵੇਂ ਰੱਖੇ ਗਏ ਨੇ। ਇਹ ਸਭ ਅਗਲੇ ਦਹਾਕੇ 'ਚ $184 ਬਿਲੀਅਨ ਦੀ ਮਦਦ ਦੇ ਨਾਲ ਯੋਜਨਾਬੱਧ ਇਨਫਰਾਸਟ੍ਰਕਚਰ ਉੱਤੇ ਖਰਚ ਕੀਤੇ ਜਾਣ ਵਾਲੀ ਰਕਮ ਦਾ ਹਿੱਸਾ ਹੈ। ਇਸ ਵਿੱਚ ਨਵੇਂ ਹਾਈਵੇਜ਼ ਜਿਵੇਂ ਕਿ ਹਾਈਵੇ 413 ਦੇ ਨਿਰਮਾਣ ਲਈ ਵੀ ਰਕਮ ਰੱਖੀ ਗਈ ਹੈ, ਪਰ ਸਰਕਾਰ ਵੱਲੋਂ ਹਾਈਵੇ ਦੇ ਨਿਰਮਾਣ ਉੱਤੇ ਹੋਣ ਵਾਲੇ ਖਰਚੇ ਦਾ ਐਸਟੀਮੇਟ ਮੁਹੱਈਆ ਨਹੀਂ ਕਰਵਾਇਆ ਗਿਆ। ਬਜਟ ਨੂੰ ਸੰਤੁਲਿਤ ਕਰਨ ਲਈ ਵੀ ਸਰਕਾਰ ਦ੍ਰਿੜ ਹੈ। ਇਸ ਵਿੱਤੀ ਵਰ੍ਹੇ 'ਚ ਸਰਕਾਰ ਨੂੰ $1.3 ਬਿਲੀਅਨ ਦਾ ਘਾਟਾ ਪੈਣ ਦਾ ਡਰ ਹੈ, ਪਰ ਅਗਲੇ ਸਾਲ ਤੋਂ ਓਨਟਾਰੀਓ ਦਾ ਬਜਟ ਸੰਤੁਲਿਤ ਹੋਣ ਦੇ ਨਾਲ ਸਰਕਾਰ ਨੇ $200 ਮਿਲੀਅਨ ਵਾਧੂ ਬਚਣ ਦੀ ਵੀ ਉਮੀਦ ਹੈ। ਵਿੱਤ ਮੰਤਰੀ ਪੀਟਰ ਵੱਲੋਂ ਇਸ ਨੂੰ ਦਮਦਾਰ ਵਿੱਤੀ ਰਿਕਾਰਡ ਦਾ ਦਰਜਾ ਦਿੱਤਾ ਗਿਆ। ਉਹਨਾਂ ਨੇ ਆਖਿਆ ਕਿ ਭਾਵੇਂ ਸਥਿਰਤਾ ਵਾਲਾ ਮਾਹੌਲ ਅਜੇ ਵੀ ਬਣਿਆ ਹੋਇਆ ਹੈ, ਪਰ ਅਸੀਂ ਵਿੱਤ ਮਜ਼ਬੂਤੀ ਵੱਲ ਵੱਧ ਰਹੇ ਹਾਂ। ਮਹਿੰਗਾਈ ਨਾਲ ਜੂਝ ਰਹੇ ਓਨਟਾਰੀਓ ਵਾਸੀਆਂ ਲਈ ਕੋਈ ਰਾਹਤ ਮੁਹੱਈਆ ਨਹੀਂ ਕਰਵਾਈ ਗਈ, ਸਗੋਂ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਗੈਸ ਟੈਕਸ ਜਿਸ ਨੂੰ ਪਹਿਲਾਂ ਆਰਜ਼ੀ ਤੌਰ ਉੱਤੇ ਘਟਾ ਦਿੱਤਾ ਗਿਆ ਸੀ, ਉੱਤੇ ਦਿੱਤੀ ਜਾ ਰਹੀ ਛੋਟ ਵੀ ਖਤਮ ਕਰ ਦਿੱਤੀ ਗਈ ਹੈ। ਕੋਵਿਡ-19 ਲਈ ਵੀ ਕੋਈ ਫੰਡਿੰਗ ਸਰਕਾਰ ਵੱਲੋਂ ਨਹੀਂ ਰੱਖੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਭੰਗ ਤੋਂ ਵੀ ਘੱਟ ਆਮਦਨ ਹੋਣ ਦੀ ਉਮੀਦ ਹੈ। ਕਿਸੇ ਆਮ ਕੈਨਵਸ ਸਟੋਰ ਤੋਂ ਹੋਣ ਵਾਲੀ ਆਮਦਨ ਵਿੱਚ $31 ਮਿਲੀਅਨ ਨਾਲ ਗਿਰਾਵਟ ਆ ਸਕਦੀ ਹੈ। ਅਜਿਹਾ OCS ਵੱਲੋਂ ਵੀਡ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੇ ਜਾਣ ਕਾਰਨ ਹੋ ਸਕਦਾ ਹੈ। ਹੈਲਥ ਕੇਅਰ ਉੱਤੇ ਸਰਕਾਰ ਵੱਲੋਂ ਖਰਚ ਕਰਨ ਦੇ ਲਈ $3.2 ਬਿਲੀਅਨ ਰਾਖਵੇਂ ਰੱਖੇ ਗਏ ਨੇ। ਕਮਿਊਨਿਟੀ ਸਰਜੀਕਲ ਸੈਂਟਰਸ ਦੇ ਲਈ ਸਰਕਾਰ $72 ਮਿਲੀਅਨ ਪਾਸੇ ਰੱਖ ਕੇ ਚੱਲ ਰਹੀ ਹੈ। ਅਗਲੇ 10 ਸਾਲਾਂ ਵਿੱਚ ਹਸਪੀਟਲਸ ਦੇ ਇਨਫਰਾਸਟ੍ਰਕਚਰ ਦੇ ਲਈ ਸਰਕਾਰ ਵੱਲੋਂ $48 ਬਿਲੀਅਨ ਖਰਚ ਕਰਨ ਦੀ ਯੋਜਨਾ ਬਣਾਈ ਗਈ ਹੈ ਤੇ ਹੋਮ ਕੇਅਰ ਉੱਤੇ ਸਰਕਾਰ $569 ਮਿਲੀਅਨ ਹੋਰ ਖਰਚਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਮੈਂਟਲ ਹੈਲਥ ਤੇ ਐਡਿਕਸ਼ਨ ਲਈ ਅਗਲੇ 3 ਸਾਲਾਂ ਵਾਸਤੇ ਸਰਕਾਰ ਵੱਲੋਂ $425 ਮਿਲੀਅਨ ਦੀ ਰਕਮ ਖਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫਰਾਂਸ ਵਿੱਚ ਪੈਨਸ਼ਨ ਸੁਧਾਰਾਂ ਦੇ ਵਿਰੋਧ ਵਿੱਚ 10 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਨੇ। ਫਰਾਂਸੀਸੀ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਫਰਾਂਸ ਦੇ ਗ੍ਰਹਿ ਮੰਤਰਾਲਾ ਦੇ ਮੁਤਾਬਕ ਦੇਸ਼ ਭਰ 'ਚ ਪੈਨਸ਼ਨ ਸੁਧਾਰ ਖਿਲਾਫ ਹੋਏ ਪ੍ਰਦਰਸ਼ਨਾਂ ਦੇ ਵਿੱਚ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ, ਜਦਕਿ ਯੂਨੀਅਨਸ ਦਾ ਕਹਿਣਾ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਫਰਾਂਸ ਵਿੱਚ ਵੀਰਵਾਰ ਨੂੰ 10,99,000 ਪ੍ਰਦਰਸ਼ਨਕਾਰੀਆਂ ਨੇ ਸੜਕਾਂ ਤੇ ਪ੍ਰਦਰਸ਼ਨ ਕੀਤਾ, ਜੋ ਕਿ 15 ਮਾਰਚ ਨੂੰ ਕੀਤੇ ਪ੍ਰਦਰਸ਼ਨ ਤੋਂ ਦੁੱਗਣਾ ਹੈ। ਹਾਲਾਂਕਿ ਇਹ 19-31 ਜਨਵਰੀ ਅਤੇ 7 ਮਾਰਚ ਦੇ ਪ੍ਰਦਰਸ਼ਨਾਂ ਤੋਂ ਘੱਟ ਸੀ। ਮੌਂਡੇ ਅਖਬਾਰ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਲਗਭਗ 12 ਲੱਖ ਸੀ। ਮੀਡੀਆ ਰਿਪੋਰਟ ਦੇ ਅਨੁਸਾਰ ਫਰਾਂਸ ਦੇ ਸਭ ਤੋਂ ਵੱਡੇ ਸੰਘ ਨੇ ਕਿਹਾ ਕਿ ਦੇਸ਼ ਭਰ ਵਿੱਚ ਪ੍ਰਦਰਸ਼ਨਾਂ 'ਚ ਰਿਕਾਰਡ 35 ਲੱਖ ਲੋਕਾਂ ਨੇ ਹਿੱਸਾ ਲਿਆ। ਪੁਲਿਸ ਦੇ ਮੁਤਾਬਕ ਪੈਰਿਸ ਵਿੱਚ ਕਰੀਬ 1,20,000 ਲੋਕ ਇਕੱਠੇ ਹੋਏ ਅਤੇ ਯੂਨੀਅਨਸ ਦੇ ਮੁਤਾਬਕ 8 ਲੱਖ ਲੋਕ ਇਕੱਠੇ ਹੋਏ। ਰਿਪੋਰਟ ਮੁਤਾਬਕ ਪ੍ਰਦਰਸ਼ਨ ਦੌਰਾਨ ਫਰਾਂਸ ਦੀ ਰਾਜਧਾਨੀ ਵਿੱਚ ਗੈਰ ਗੋਰੇ ਸਮੂਹ ਦੇ ਕੱਟੜਪੰਥੀਆਂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਝੜਪਾਂ ਹੋਈਆਂ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿਡਵਾਉਣ ਦੇ ਲਈ ਅਥਰੂ ਗੈਸ ਦੀ ਵਰਤੋਂ ਕੀਤੀ। ਮੌਕੇ ਤੇ ਵਾਟਰ ਕੈਨਨ ਵੀ ਦੇਖੇ ਗਏ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਵੀਰਵਾਰ ਸ਼ਾਮ ਤੱਕ ਦੇਸ਼ ਭਰ ਵਿੱਚ 80 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਇਸ ਦੌਰਾਨ ਕਰੀਬ 120 ਪੁਲਿਸ ਅਧਿਕਾਰੀ ਜ਼ਖਮੀ ਹੋਏ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ।